ਸਿੰਘ ਦੇ ਗ੍ਰਹਿ ਪਿੰਡ ਬੁੱਢੇ। ਰੱਖ ਚਿਤ ਪਾਰ ਬ੍ਰਹਮ ਹਰ ਕਾਜ ਸਵਾਰੇ। ਰੱਖ ਚਿਤ ਪਾਰ ਬ੍ਰਹਮ ਹਰ ਪੈਜ ਸਵਾਰੇ। ਰੱਖ ਚਿਤ ਪਾਰ ਬ੍ਰਹਮ ਦੂਤੀ ਦੁਸ਼ਟ ਪ੍ਰਭ ਆਪ ਸੰਘਾਰੇ। ਰੱਖ ਚਿਤ ਪਾਰ ਬ੍ਰਹਮ ਗੁਰ ਸਿੱਖਾਂ ਆਏ ਘਰ ਅਵਤਾਰ ਨਰ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੇ ਲੇਖ ਲਖਾਰੇ। ਰੱਖ ਚਿਤ ਪਾਰ ਬ੍ਰਹਮ ਹਰ ਗੋਬਿੰਦ ਗੋਬਿੰਦਾ। ਰੱਖ ਚਿਤ ਪਾਰ ਬ੍ਰਹਮ ਵੱਡ ਸੁਰਪਤ ਰਾਜੇ ਇੰਦਾ। ਰੱਖ ਚਿਤ ਪਾਰ ਬ੍ਰਹਮ ਜੁਗੋ ਜੁਗ ਵਿੱਚ ਮਾਤ ਜੋਤ ਰਖੰਦਾ। ਰੱਖ ਚਿਤ ਪਾਰ ਬ੍ਰਹਮ ਪ੍ਰਭ ਅਬਨਾਸੀ ਸੱਚ ਖੇਲ ਵਰਤੰਦਾ। ਰੱਖ ਚਿਤ ਪਾਰ ਬ੍ਰਹਮ ਗੁਰ ਸਿੱਖਾਂ ਪ੍ਰਭ ਸਾਧ ਬਖਸ਼ਿੰਦਾ। ਰੱਖ ਚਿਤ ਪਾਰ ਬ੍ਰਹਮ ਬੇਮੁਖ ਦੁਸ਼ਟ ਖਪਾਏ। ਦਰ ਆਏ ਜੋ ਕਰਨ ਨਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦ ਜੁਗਾਦ ਏਕੰਕਾਰ ਜੋਤ ਆਧਾਰ ਪਸਰ ਪਸਾਰ। ਸ੍ਰਿਸ਼ਟ ਸਭਾਈ ਇੱਕ ਆਧਾਰ ਰਖੰਦਾ। ਸ੍ਰਿਸ਼ਟ ਸਭਾਈ ਇੱਕ ਆਧਾਰੇ। ਏਕਾ ਜੋਤ ਪ੍ਰਭ ਕਰਤਾਰੇ। ਜੋਤੀ ਜੋਤ ਸਰੂਪ ਏਕਾ ਏਕੰਕਾਰੇ। ਵੱਡ ਭੂਪਣ ਭੂਪ ਖੜੇ ਰਹਿਣ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤ ਸਰੂਪ ਸਤ ਪੁਰਖਾਂ ਪਾਰ ਉਤਾਰੇ। ਰੱਖ ਚਿਤ ਪਾਰ ਬ੍ਰਹਮ ਜਿਸ ਦੇ ਬਣਾਈ। ਰੱਖ ਚਿਤ ਪਾਰ ਬ੍ਰਹਮ ਜਿਸ ਹੱਥ ਵਡਿਆਈ। ਰੱਖ ਚਿਤ ਪਾਰ ਬ੍ਰਹਮ ਪਵਨ ਰੂਪੀ ਸਵਾਸ ਚਲਾਈ। ਰੱਖ ਚਿਤ ਪਾਰ ਬ੍ਰਹਮ ਰਕਤ ਬੂੰਦ ਤਨ ਉਪਜਾਈ। ਰੱਖ ਚਿਤ ਪਾਰ ਬ੍ਰਹਮ ਏਕਾ ਇੱਕ ਆਕਾਰ ਪੰਜ ਵਕਾਰ। ਅੱਠ ਧਾਰ ਨੌ ਦਵਾਰ ਪ੍ਰਗਟ ਦਸਵਾਂ।
ਰਾਖ ਚਿਤ ਪਾਰ ਬ੍ਰਹਮ, ਜੋਤ ਸਰੂਪ ਲਿਆ ਅਵਤਾਰ। ਮਾਤ ਲੋਕ ਆਇਆ ਜਾਮਾ ਧਾਰ, ਨੇਹ ਕਲੰਕ ਨਰੈਣ ਨਾਰ ਅਵਤਾਰ। ਬੇਮੁਖਾ ਜਾਏ ਸਿੰਘਾਰ, ਗੁਰ ਸਿੱਖਾਂ ਜਾਤਾ। ਜਿਸ ਸਾਚੀ ਪੰਤ ਬਣਾਈ, ਰਾਖ ਚਿਤ ਪਾਰ ਬ੍ਰਹਮ। ਆਤਾਰਾ ਰਾਖ ਚਿਤ ਹਉਮੈ ਰੋਗਾ ਦੁਖ ਭਾਰਾ, ਰਾਖ ਚਿਤ ਪਾਰ ਬ੍ਰਹਮ। ਭੋਗ ਸਚ ਗੁਰ ਚਰਨ ਦੁਬਾਰਾ, ਰਾਖ ਚਿਤ ਪਾਰ ਬ੍ਰਹਮ। ਪਾਵੇ ਦਰਸ ਪਰਮੇਸ਼ਵਰ, ਜਗ ਦੇ ਰਮੇਸ਼ਵਰ ਰਖੇਸ਼ਵਰ। ਗੁਰ ਸਿੱਖ ਪੂਰਨ ਪੁਰਖ ਅਪਾਰਾ, ਰਾਖ ਚਿਤ ਪਾਰ ਬ੍ਰਹਮ। ਮਹਾਰਾਜ ਸ਼੍ਰੀ ਵਿਸ਼ਨੂੰ ਭਗਵਾਨ, ਆਪ ਭਲਾਏ ਸਿੱਖ ਦਸਵਾਰਾ। ਰਾਖ ਚਿਤ ਪਾਰ ਬ੍ਰਹਮ, ਗੁਰ ਦੇਵੇ ਧੀਰ। ਕਾਲ ਜੁਗ ਪ੍ਰਗਟੇ ਵਾਡ ਪੀਰਨ ਪੀਰ, ਰਾਖ ਚਿਤ ਪਾਰ ਬ੍ਰਹਮ। ਕਾਲ ਜੁਗ ਮਾਇਆ ਕੱਟੇ ਗਲੋਂ ਜੰਜੀਰ, ਰਾਖ ਚਿਤ ਪਾਰ ਬ੍ਰਹਮ। ਅੰਮ੍ਰਿਤ ਗੁਰ ਸਿੱਖਾਂ ਪਿਆਰੇ ਸਾਚਾ ਸੀਰ, ਰਾਖ ਚਿਤ ਪਾਰ ਬ੍ਰਹਮ। ਸੋਹੰਗ ਸ਼ਬਦ ਚਲਾਏ ਆਤਮ ਤੀਰ, ਪਾਰ ਬ੍ਰਹਮ। ਵਜਰ ਕਪਾਟੀ ਤੇ ਚੀਰ, ਰਾਖ ਚਿਤ ਕੀ ਘਾਟੀ ਆਪ ਚੜਾਏ, ਦੇਵੇ ਅੰਮ੍ਰਿਤ ਸਾਚਾ ਨੀਰ, ਪਾਰ ਬ੍ਰਹਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਵੱਡਦਾ ਗੰਭੀਰ, ਰਾਖ ਚਿਤ ਪਾਰ ਬ੍ਰਹਮ। ਰਾਖ ਚਿਤ ਪਾਰ ਬ੍ਰਹਮ। ਮਾਸਾ ਪਾਰ ਬ੍ਰਹਮ। ਪ੍ਰਭ ਦੇਵੇ ਪੁਰਖ ਬਨਾਸਾ, ਰਾਖ ਚਿਤ ਪਾਰ। ਸਰਬ ਜੀਆਂ ਹਰ ਘਟ ਘਟ ਰੱਖੇ ਵਾਸਾ, ਰਾਖ ਚਿਤ ਪਾਰ ਬ੍ਰਹਮ।
ਆਤਮ ਦੀਪਕ ਜੋਤ ਕਰੇ ਪ੍ਰਗਾਸਾ, ਰੱਖ ਚਿਤ ਪਾਰ ਬ੍ਰਹਮ, ਆਨੰਦ ਵਿਨੋਦ ਸਰਬ ਗੁਣ ਤਾਸਾ, ਰੱਖ ਚਿਤ ਪਾਰ ਬ੍ਰਹਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਬੰਦ ਖੁਲਾਸਾ, ਰੱਖ ਚਿਤ ਪਾਰ ਬ੍ਰਹਮ। ਪ੍ਰਭ ਭੈ ਦਿਆਲਾ, ਰੱਖ ਚਿਤ ਪਾਰ ਬ੍ਰਹਮ। ਦੇਵੇ ਦਰਸ ਗੁਰ ਗੋਪਾਲਾ, ਰੱਖ ਚਿਤ ਪਾਰ ਬ੍ਰਹਮ। ਕਿਰਪਾ ਕਰੇ ਭਗਤ ਵਸਨ ਆਪ ਕਿਰਪਾਲਾ, ਰੱਖ ਚਿਤ ਪਾਰ ਬ੍ਰਹਮ। ਸੋਹੰਗ ਸ਼ਬਦ ਜਪਾਵੇ ਆਤਮ ਦਿਖਾਵੇ, ਸਾਚੀ ਧਰਮਸ਼ਾਲਾ, ਰੱਖ ਚਿਤ ਪਾਰ ਬ੍ਰਹਮ। ਸੋਹੰਗ ਸ਼ਬਦ ਪਾਏ ਗਲ ਮਾਲਾ, ਰੱਖ ਚਿਤ ਪਾਰ ਬ੍ਰਹਮ। ਗੁਰ ਸਿੱਖ ਤੇਰੀ ਪੂਰੀ ਹੋਏ ਕਾਲਾ, ਰੱਖ ਚਿਤ ਪਾਰ ਬ੍ਰਹਮ। ਆਤਮ ਤੋੜੇ ਰੱਖ ਚਿਤ ਪਾਰ ਬ੍ਰਹਮ। ਆਤਮ ਤੋੜੇ ਸਰਬ ਜੰਜਾਲਾ, ਰੱਖ ਚਿਤ ਪਾਰ ਬ੍ਰਹਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਯੁਗ ਅੰਤਮ ਅੰਤ ਸੋਹੰਗ ਸ਼ਬਦ ਦੇਵੇ ਸੁਖਾਲਾ, ਰੱਖ ਚਿਤ ਪਾਰ ਬ੍ਰਹਮ। ਹਰ ਇੱਕ ਰਘੁਰਾਈ, ਰੱਖ ਚਿਤ ਪਾਰ ਬ੍ਰਹਮ। ਜਿਸ ਜੀਵ ਜੋਤ ਜਗਾਈ, ਰੱਖ ਚਿਤ ਪਾਰ ਬ੍ਰਹਮ। ਜਿਸ ਜੀਵ ਨਿਰਮਲ ਦੇ ਕਰਾਈ, ਰੱਖ ਚਿਤ ਪਾਰ ਬ੍ਰਹਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਹੱਥ ਤੇਰੀ ਵਡਿਆਈ, ਰੱਖ ਚਿਤ ਪਾਰ ਬ੍ਰਹਮ। ਵਡ ਗੁਣ ਗੁਣਾਵਾਨ, ਰੱਖ ਚਿਤ ਪਾਰ ਬ੍ਰਹਮ। ਪੂਰਨ ਜੋਤ ਇੱਕ ਭਗਵਾਨ, ਰੱਖ ਚਿਤ ਪਾਰ ਬ੍ਰਹਮ। ਜਿਸ ਅਪਾਏ ਤੀਨ ਲੋਕ ਸੱਚ ਅਸਥਾਨ, ਰੱਖ ਚਿਤ ਪਾਰ ਬ੍ਰਹਮ। ਜਿਸ ਅਪਾਏ ਲੱਖ 84, ਜਿਸ ਦਾ ਦੀਆ ਜੀਵ ਜੰਤ ਸਭ ਖਾਨ, ਰੱਖ ਚਿਤ ਪਾਰ ਬ੍ਰਹਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ,
ਰੱਖ ਚਿਤ ਪਾਰ ਬ੍ਰਹਮ ਪੂਰਨ ਭਗਵੰਤਾ। ਰੱਖ ਚਿਤ ਪਾਰ ਬ੍ਰਹਮ ਪ੍ਰਭ ਮਾਨ ਦਵਾਏ। ਗੁਰ ਸਿੱਖ ਵਿੱਚ ਸਾਧਨ ਸੰਤਾਂ। ਰੱਖ ਚਿਤ ਪਾਰ ਬ੍ਰਹਮ ਦੇਵੇ ਦਰਸ ਆਦਨ ਅੰਤਾ। ਰੱਖ ਚਿਤ ਪਾਰ ਬ੍ਰਹਮ ਮੇਲ ਮਲਾਏ ਹਰ ਸਾਚੇ ਕੰਤਾ। ਰੱਖ ਚਿਤ ਪਾਰ ਬ੍ਰਹਮ ਸੋਹੰਗ ਸ਼ਬਦ ਵਿੱਚ ਮਾਤ ਵਰਤੰਤਾ। ਰੱਖ ਚਿਤ ਪਾਰ ਬ੍ਰਹਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਬਣਾਈ ਤੇਰੀ ਬੰਤਾ। ਰੱਖ ਚਿਤ ਪਾਰ ਬ੍ਰਹਮ ਜੀਵ ਆਧਾਰੀ। ਰੱਖ ਚਿਤ ਪਾਰ ਬ੍ਰਹਮ ਭੁੱਲੇ ਜੀਵ ਸਰਬ ਸੰਸਾਰੀ। ਰੱਖ ਚਿਤ ਪਾਰ ਬ੍ਰਹਮ ਭਾਵ ਸਾਗਰ ਅੰਤ ਦੇਵੇ ਤਾਰੀ। ਰੱਖ ਚਿਤ ਪਾਰ ਬ੍ਰਹਮ ਸੋਹੰਗ ਦੇਵੇ ਸ਼ਬਦ ਖੁਮਾਰੀ। ਰੱਖ ਚਿਤ ਪਾਰ ਬ੍ਰਹਮ ਆਪ ਬਹਾਏ ਸਚ ਦਰਬਾਰੀ। ਰੱਖ ਚਿਤ ਪਾਰ ਬ੍ਰਹਮ ਸ਼ਬਦ ਸਰੂਪੀ ਕਿਲਾ ਕੋਟ ਰਿਹਾਇ ਸਾਰੀ। ਰੱਖ ਚਿਤ ਪਾਰ ਬ੍ਰਹਮ ਸਭ ਦੇ ਅੰਦਰ ਤੇਰੀ ਸਾਚਿਆਰੀ। ਰੱਖ ਚਿਤ ਪਾਰ ਬ੍ਰਹਮ ਗੁਰ ਸਿੱਖ ਆਪਣੀ ਹੱਥੀਂ ਤੇਰੀ ਪੈਜ ਸਵਾਰੀ। ਰੱਖ ਚਿਤ ਪਾਰ ਬ੍ਰਹਮ ਵੇਲੇ ਅੰਤ ਉਠਾਏ ਲੈ ਜਾਏ ਚਰਨ ਦਵਾਰੀ। ਰੱਖ ਚਿਤ ਪਾਰ ਬ੍ਰਹਮ ਗੁਰ ਸਿੱਖ ਹਰ ਆਪ ਉਠਾਏ। ਗੋਦ ਜਿਉ ਮਾਤ ਬਾਲਕ ਪਿਆਰੀ। ਰੱਖ ਚਿਤ ਪਾਰ ਬ੍ਰਹਮ ਆਪ ਜਗਾਏ ਆਪ ਉਠਾਏ। ਆਪ ਹਸਾਏ ਜੋਤ ਜਗਾਏ। ਅਚਰਜ ਖੇਲ ਨਿਆਰੀ। ਰੱਖ ਚਿਤ ਪਾਰ ਬ੍ਰਹਮ ਛੁੱਟੇ ਰੋਗ ਜਗੇ ਜੋਤ ਅਗੰਮ ਅਪਾਰੀ। ਰੱਖ ਚਿਤ ਪਾਰ ਬ੍ਰਹਮ ਆਪ ਬਹਾਈ ਸੱਚਖੰਡ। ਸਚ ਧਾਮ ਸਚ ਨਾਮ ਸਚ ਕਾਮ ਸਚ ਰਾਮ। ਸਚ ਸ਼ਾਮ ਏਕਾ ਜੋਤ ਜਗੇ ਨੇਹ ਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ
ਕਿਰਪਾ ਕਰ ਜੋਤ ਧਾਰ। ਗੁਰ ਸਿੱਖਾਂ ਬਹਾਏ ਸਾਚੇ ਖੰਡ। ਸਾਚੇ ਘਰ ਸੱਚੀ ਅਟਾਰੀ। ਰੱਖ ਚਿਤ ਪਾਰ ਬ੍ਰਹਮ। ਹਰ ਲਾਜ ਰਖਾਏ। ਰੱਖ ਚਿਤ ਪਾਰ ਬ੍ਰਹਮ। ਹਰ ਘਰ ਦਿਖਾਏ। ਰੱਖ ਚਿਤ ਪਾਰ ਬ੍ਰਹਮ। ਹਰ ਘਰ ਘਰ ਹਰ ਲੈ ਜਾਏ। ਰੱਖ ਚਿਤ ਪਾਰ ਬ੍ਰਹਮ। ਦਰ ਦਰ ਹਰ ਹਰ ਦਰ ਬਹਾਏ। ਰੱਖ ਚਿਤ ਪਾਰ ਬ੍ਰਹਮ। ਕਾਲ ਜੁਗ ਤਾਰ ਪਾਵੇ ਹਾਰ। ਨਾ ਆਵੇ ਡਰ। ਏਕਾ ਮਿਲਿਆ ਅਵਤਾਰ ਨਰ। ਸ਼ਬਦ ਅਡਾਰੀ ਗੁਰ ਸਿੱਖ ਉਠਾਵੇ। ਰੱਖ ਚਿਤ ਪਾਰ ਬ੍ਰਹਮ। ਭਰਮ ਨਿਵਾਰੀ। ਗੁਰ ਸਿੱਖ ਤਾਰੀ ਸੱਚ ਦਰਬਾਰੀ। ਸੱਚ ਧਾਮ ਬਹਾਏ। ਰੱਖ ਚਿਤ ਪਾਰ ਬ੍ਰਹਮ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਏਕਾ ਗੋਤ ਗੁਰ ਸਿੱਖ। ਅੰਤ ਜੋਤੀ ਜੋਤ ਮਿਲ ਜਾਵੇ। ਰੱਖ ਚਿਤ ਪਾਰ ਬ੍ਰਹਮ। ਸਦਾ ਅਭੇਦਾ। ਰੱਖ ਚਿਤ ਪਾਰ ਬ੍ਰਹਮ। ਪ੍ਰਭ ਅਬਨਾਸੀ ਸਾਧ ਅਸਲ ਅਛੇਦਾ। ਰੱਖ ਚਿਤ ਪਾਰ ਬ੍ਰਹਮ। ਭੇਵ ਨਾ ਪਾਇਆ ਹਰ ਚਾਰ ਭੇਦਾ। ਰੱਖ ਚਿਤ ਪਾਰ ਬ੍ਰਹਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਨਾ ਦਿਸੇ ਵਿੱਚ ਕਤੇ ਬਾਤ। ਰੱਖ ਚਿਤ ਪਾਰ ਬ੍ਰਹਮ। ਜਿਸ ਜੋਤ ਜਗਾਈ। ਰੱਖ ਚਿਤ ਪਾਰ ਬ੍ਰਹਮ। ਜਿਸ ਸ੍ਰਿਸ਼ਟ ਉਪਾਈ। ਰੱਖ ਚਿਤ ਪਾਰ ਬ੍ਰਹਮ। ਤੀਨਾ ਲੋਆਂ ਕਰੇ ਰੁਸ਼ਨਾਈ। ਰੱਖ ਚਿਤ ਪਾਰ ਬ੍ਰਹਮ। ਖੰਡਾਂ ਵਰ ਭੰਡਾਂ ਬ੍ਰਹਮੰਡਾਂ। ਇੱਕ ਰੰਗ ਸਮਾਈ। ਰੱਖ ਚਿਤ ਪਾਰ ਬ੍ਰਹਮ। ਆਕਾਸ ਪਤਾਲ ਮਾਤ ਸਰਬ। ਥਾਈ ਹੋਏ ਸਹਾਈ। ਰੱਖ ਚਿਤ ਪਾਰ ਬ੍ਰਹਮ। ਜਾਲ ਥਲ ਥਲ ਜਾਲ। ਜੋ ਰਿਹਾ ਸਮਾਈ। ਰੱਖ ਚਿਤ ਪਾਰ ਬ੍ਰਹਮ। ਘੜੀ ਘੜੀ ਪਾਲ ਪਾਲ। ਰਿਹਾ ਲੇਖ ਲਖਾਈ। ਰੱਖ ਚਿਤ ਪਾਰ ਬ੍ਰਹਮ। ਜੁਗੋ ਜੁਗ ਜੋਤ ਸਰੂਪ। ਹਰ ਰਿਹਾ ਭੇਖ ਵਟਾਈ। ਰੱਖ ਚਿਤ ਪਾਰ ਬ੍ਰਹਮ। ਦੇਖ ਰੇਖ ਵੇਖ ਵੇਖ।
ਭੇਖ ਭੁੱਲ ਨਾ ਜਾਈ। ਰਖ ਚਿਤ ਪਾਰ ਬ੍ਰਹਮ, ਪ੍ਰਭ ਸਾਚਾ ਸਿੱਖ ਸਾਚੇ ਸਦ ਦੇ ਵਡਿਆਈ। ਰਖ ਚਿਤ ਪਾਰ ਬ੍ਰਹਮ, ਜੀਵ ਭਾਂਡਾ ਕਾਚਾ ਕਲਯੁਗ ਭਜ ਨਾ ਜਾਈ। ਰਖ ਚਿਤ ਪਾਰ ਬ੍ਰਹਮ, ਜਿਸ ਸਾਜਨ ਸਾਜਾ, ਵੱਡ ਰਾਜਨ ਰਾਜਾ। ਵੱਡ ਕਾਜਨ ਕਾਜਾ, ਲੱਗਿਆ ਭਾਈ। ਜੋਤ ਪ੍ਰਗਟਾਈ ਵਿੱਚ ਦੇਸ ਮਾਝਾ। ਅਨਹਦ ਧੁਨ ਦੇ ਉਪਜਾਈ। ਰਖ ਚਿਤ ਪਾਰ ਬ੍ਰਹਮ, ਸੋਹੰਗ ਸ਼ਬਦ ਵਜਾਵੇ ਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵੇਲੇ ਜੋ ਜਨ ਪ੍ਰਭ ਦਰ ਤੇ ਪਾਈ। ਰਖ ਚਿਤ ਪਾਰ ਬ੍ਰਹਮ, ਸੋਹੰਗ ਸ਼ਬਦ ਵਜਾਵੇ ਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇਵੇ ਸੋ ਜਨ ਪ੍ਰਭ ਦਰ ਤੇ ਪਾਈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਹਰ ਸੰਗਤ ਜੀਓ, ਅੱਜ ਦਾ ਲੇਖ ਇਤਨਾ ਸੀ। ਹਰ ਬਾਣੀ ਪੜ੍ਹਦਿਆਂ ਕੋਈ ਗਲਤੀ ਹੋ ਗਈ, ਸ਼ਬਦ ਦਾ ਵਾਧਾ ਘਟਾ ਹੋ ਗਿਆ ਤਾਂ ਸੱਚੇ ਪਾਤਸ਼ਾਹ ਤੋਂ ਮਾਫੀ ਮੰਗਦੇ ਹਾਂ ਜੀ। ਦਇਆ ਕਰਨ, ਰਹਿਮ ਕਰਨ, ਹਰ ਸੰਗਤ ਪਾਤਸ਼ਾਹ ਖਿਮਾ ਦੇ ਜਾਚਕਾਂ ਜੀ, ਰਹਿਮ ਕਰੋ ਸੱਚੇ ਪਾਤਸ਼ਾਹ ਜੀ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਹਾਂਜੀ, ਵੀਰ ਐਡਮਿਨ ਹੋਸਟ ਤੋਂ ਮੈਂ ਇਜਾਜ਼ਤ ਮੰਗਦਾ ਜੀ ਕਿ ਇਸ ਲੇਖ ਤੇ ਵਿਚਾਰ ਦਿੱਤਾ ਜਾਵੇ। ਤੇ ਕਿੰਨਾ ਕੁ ਸਮਾਂ ਦਿਓਗੇ? 10 ਮਿੰਟ? ਹਾਂਜੀ ਹਾਂਜੀ, ਲਓ ਜੀ ਟਾਈਮ ਜੀ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਹਰ ਸੰਗਤ ਜੀਓ, ਆਪ ਜੀ ਦੇ ਨਾਲ ਜੋ ਇਹ ਲੇਖ ਗੁਰਸਿੱਖ ਵੀਰ ਆਪ ਜੀ ਨਾਲ ਹੁਣੇ ਸਾਂਝਾ ਕਰਕੇ ਗਏ ਨੇ, ਉਹਦੇ ਤੇ ਵਿਚਾਰ ਕਰਾਂਗੇ ਜਿੰਨੀ ਭਾਸ਼ਾ ਸੋਝੀ ਦੇਣਗੇ ਉਹਦੇ ਮੁਤਾਬਕ, ਕਿਉਂਕਿ ਇਹ ਉਹ ਧਾਰ ਹੈ ਜਿੱਥੇ ਸਾਡੀ ਮਨਮਤ ਨਹੀਂ ਚੱਲਦੀ, ਸਾਡੀ ਦੁਨਿਆਵੀ ਪੜ੍ਹਾਈ ਨਹੀਂ ਚੱਲਦੀ, ਸਾਡੀ ਆਪਣੀ ਸੋਝੀ ਨਹੀਂ ਚੱਲਦੀ। ਜਿੰਨੀ ਕੁ ਸੋਝੀ ਉਹ ਦਿੰਦਾ ਹੈ ਉਹਦੇ ਮੁਤਾਬਕ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰਾਂਗੇ। ਸੋ ਲੇਖ ਬਹੁਤ ਹੀ ਪਿਆਰਾ ਸੀ।
ਥੋੜਾ ਜਿਹਾ ਨੈਟਵਰਕ ਦੇ ਵਿੱਚੋਂ ਪ੍ਰੋਬਲਮ ਆਈ ਹੈ, ਪਰ ਗੁਰਸਿੱਖ ਵੀਰ ਨੇ ਬੜੇ ਹੀ ਪਿਆਰ ਨਾਲ ਪੜ੍ਹਿਆ ਹੈ ਔਰ ਹਰ ਸੰਗਤ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਉਸ ਨੂੰ ਸਰਵਣ ਕੀਤਾ ਹੈ। ਮੈਂ ਬਾਕੀ ਆਪਣੇ ਵੀਰਾਂ ਨੂੰ ਗੁਰਸਿੱਖਾਂ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਜੁੜੇ ਹੋਏ ਨੇ ਕਿ ਆਪਾਂ ਇਸ ਲੇਖ ਤੇ ਵਿਚਾਰ ਅੱਗੇ ਵੀ ਵਧਾਵਾਂਗੇ। ਅੱਜ ਇਹ ਲੇਖ ਆਪਾਂ ਥੋੜਾ ਪੜ੍ਹਿਆ ਹੈ, ਅਗਲੇ ਜੂਮ ਤੇ ਵੀ ਇਹ ਬਾਕੀ ਦਾ ਲੇਖ ਪੜਾਂਗੇ ਤੇ ਉਸ ਤੇ ਵੀ ਵਿਚਾਰ ਅੱਗੇ ਚੱਲੇਗਾ। ਕਿਉਂ ਜਿਨ੍ਹਾਂ ਨੇ ਹੁਣ ਨਾਲ ਦੀ ਨਾਲ ਇਸ ਨੂੰ ਦੇਖਣਾ ਹੈ, ਕਿਉਂਕਿ ਆਪ ਜੀ ਦੇ ਨਾਲ ਜਦੋਂ ਵੀ ਜੁੜਦੇ ਹਾਂ ਤੇ ਆਪ ਜੀ ਨਾਲ ਵਿਚਾਰ ਇਹੀ ਹੁੰਦਾ ਹੈ ਕਿ ਜੋ ਵੀ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰਾਂਗੇ ਹਰ ਬਾਣੀ ਦੇ ਆਧਾਰ ਤੇ ਕਰਾਂਗੇ। ਮਨ ਮਤ ਦੇ ਨਾਲ ਕੋਈ ਵੀ ਸ਼ਬਦ ਬੋਲਿਆ ਠੀਕ ਨਹੀਂ ਹੋ ਸਕਦਾ, ਕਿਉਂਕਿ ਜੋ ਹਰ ਬਾਣੀ ਹੈ ਉਸ ਦੇ ਉੱਪਰ ਦੁਨੀਆ ਤੇ ਕੋਈ ਨਹੀਂ ਹੈ ਉਸ ਤੋਂ ਉੱਚਾ ਔਰ ਸੁੱਚਾ ਔਰ ਸੱਚਾ। ਸੋ ਇਸ ਕਰਕੇ ਉਸ ਵੱਡੀਆਂ ਵਡਿਆਈਆਂ ਹਨ ਜਿਨ੍ਹਾਂ ਨੇ ਇੰਨਾ ਅਥਾਹ ਭੰਡਾਰ ਸਾਨੂੰ ਬਖਸ਼ਿਸ਼ ਕੀਤਾ ਹੈ। ਮੈਂ ਆਪ ਜੀ ਨਾਲ ਇਹਦੀ ਡਿਟੇਲ ਸਾਂਝੀ ਕਰ ਰਿਹਾ ਹਾਂ। ਗ੍ਰੰਥ ਨੰਬਰ 2 ਹੈ ਜੀ, ਪੇਜ ਨੰਬਰ 376 ਤੋਂ ਸ਼ੁਰੂ ਹੁੰਦੀ ਹੈ ਔਰ ਅੱਗੇ ਚੱਲਦੀ ਹੈ ਬਾਣੀ, ਕਿਉਂਕਿ ਥੋੜਾ ਲੇਖ ਲੰਬਾ ਹੈ। ਆਪ ਜੀ ਕੱਢ ਕੇ ਪੜ੍ਹ ਦੇਖ ਸਕਦੇ ਹੋ ਔਰ ਨਾਲ ਵਿਚਾਰ ਦੀ ਸਾਂਝ ਪਾ ਸਕਦੇ ਹੋ। ਤੇ ਜੇ ਕਿਸੇ ਮੇਰੇ ਵੀਰ ਹੋਰ ਨੇ ਪਹਿਲਾਂ ਵਿਚਾਰ ਦੇਣਾ ਹੈ ਤਾਂ ਆਪ ਜੀ ਸਮਾਂ ਲੈ ਸਕਦੇ ਹੋ, ਤੇ ਜੇ ਮੈਂ ਆਪ ਜੀ ਦੇ ਬਾਅਦ ਵੀ ਇਸ ਤੇ ਜਿੰਨਾ ਕੁ ਬੁੱਧੀ ਬਖਸ਼ਣਗੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ, ਆਪ ਜੀ ਨਾਲ ਵਿਚਾਰ ਕਰਾਂਗਾ। ਕਿਸੇ ਮੇਰੇ ਵੀਰ ਨੇ ਅਗਰ ਪਹਿਲਾਂ ਸਮਾਂ ਲੈਣਾ ਹੈ ਤਾਂ ਲੈ ਸਕਦੇ ਨੇ, ਜੇ ਨਹੀਂ ਤਾਂ ਫਿਰ ਇਸ ਨੂੰ ਅਸੀਂ ਕੰਟੀਨਿਊ ਕਰੀਏ ਅੱਗੇ। ਹਾਂਜੀ ਜੀ, ਸ਼ਬਦ ਬੋਲਾਂਗੀ। ਭੈਣ ਜੀ ਬੇਨਤੀ ਆ ਕਿ ਹਜੇ ਵਿਚਾਰ ਕਰਨਾ ਜੀ, ਸ਼ਬਦ ਬਾਅਦ ਚੋਂ, ਜਦੋਂ ਵਿਚਾਰ ਸਮਾਪਤ ਹੋਏਗਾ ਇਸ ਲੇਖ ਤੇ ਉਹਦੇ ਬਾਅਦ ਜੀ ਫਿਰ ਪੜ੍ਹਨਾ ਜੀ। ਆਪਣੀ ਤਿਆਰੀ ਰਹੋ, ਤਿਆਰੀ ਰੱਖੋ ਆਪਣੀ। ਪੜ੍ਹਨਾ ਹੈ ਜੀ ਸ਼ਬਦ, ਲੇਖ ਦੀ ਜਦੋਂ ਵਿਚਾਰ ਖਤਮ ਹੋਏਗਾ ਉਸ ਦੇ ਬਾਅਦ ਆਪ ਜੀ ਸ਼ਬਦ ਪੜ੍ਹੋਗੇ ਜੀ। ਹਾਂਜੀ, ਕੋਈ ਮੇਰਾ ਵੀਰ, ਕੋਈ ਭੈਣ? ਹਾਂਜੀ, ਕਰੀਏ ਸ਼ੁਰੂ। ਫਿਰ ਮੈਨੂੰ ਲੱਗਦਾ ਵੀ ਕੋਈ ਵੀਰ ਹਾਲੇ ਸਮਾਂ ਲੈਣ ਦੇ ਮੂਡ 'ਚ ਨਹੀਂ ਨੇ। ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸ਼ਨਸ਼ਾਹ ਆਬਿਦ ਹੈ, ਮਿਹਰ ਕਰ, ਤਰਸ ਕਰ, ਤੇਰਾ ਹੀ ਆਸਰਾ। ਹਰ ਸੰਗਤ ਜੀ, ਆਪ ਜੀ ਦੇ ਨਾਲ ਜੋ ਅੱਜ ਵਿਚਾਰ ਸਾਂਝਾ ਕਰਾਂਗੇ ਲੇਖ ਦੇ ਆਧਾਰ ਤੇ, ਕਿ ਪਾਰ ਬ੍ਰਹਮ ਦਾ ਭੁਲੇਖਾ ਪਾਇਆ ਜਾਂਦਾ ਹੈ। ਪਾਰ ਬ੍ਰਹਮ ਦੀ ਮਨੌਤ ਕਰਨੀ ਹੈ, ਪਾਰ ਬ੍ਰਹਮ ਨੂੰ ਮੰਨਣਾ ਹੈ, ਪਾਰ ਬ੍ਰਹਮ ਨੂੰ ਹੀ ਪੂਜਣਾ ਹੈ। ਪਰ ਇਸ ਲੇਖ ਨੇ ਸਾਨੂੰ ਇਹ ਕਲੀਅਰ ਕਰ ਦਿੱਤਾ ਕਿ ਪਾਰ ਬ੍ਰਹਮ ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਦੋਨੋਂ, ਇਹ ਦੋ ਨਹੀਂ, ਦੋਨੋਂ ਇੱਕ ਹੀ ਹਨ। ਆਪ ਜੀ ਰੱਖ ਚਿੱਤ, ਉਹਨਾਂ ਕਿਹਾ ਰੱਖ ਚਿੱਤ ਪਾਰ ਬ੍ਰਹਮ। ਰੱਖ ਚਿੱਤ ਮਤਲਬ ਜੋ ਤੁਹਾਡਾ ਅੰਦਰ ਚੇਤਾ ਹੈ, ਚੇਤਨਾ ਹੈ, ਜੋ ਤੁਹਾਡੀ, ਜੋ ਅਸੀਂ ਇੱਕ ਖਿਆਲ ਬਣਾਉਂਦੇ ਹਾਂ ਕਿ ਅੱਜ ਮੈਨੂੰ ਆਹ ਚੀਜ਼ ਮੇਰੇ ਯਾਦ ਆਉਂਦੀ ਰਹਿੰਦੀ ਹੈ। ਜੋ ਆਪ ਰੋਜ਼ਮਰਾ ਦੇ ਕੰਮ ਕਰਦੇ ਹੋ ਕਿ ਮੈਂ ਆਪਣੇ ਘਰ ਜਾ ਰਿਹਾ ਹਾਂ, ਮੈਂ ਬਾਜ਼ਾਰ ਜਾ ਰਿਹਾ ਹਾਂ, ਉਹ ਮਨ ਦੇ ਵਿੱਚ ਇੱਕ ਚੇਤਾ ਚੱਲਦਾ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਜੀ ਨੇ ਆਪ ਨੂੰ ਇੱਕ ਆਪਣੇ ਨਾਲ ਚਿੱਤ ਜੋੜਨ ਲਈ ਕਿਹਾ ਕਿ ਪਾਰ ਬ੍ਰਹਮ ਚੇਤੇ ਰੱਖੋ, ਆਪਣੇ ਮਨ ਦੇ ਅੰਦਰ ਵਸਾਓ ਉਹਨੂੰ। ਕਿਉਂਕਿ ਪਾਰ ਬ੍ਰਹਮ ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੋ ਨਹੀਂ ਹਨ। ਉਹ ਕੁਝ ਵੀ ਕਹਿ ਕੇ ਆਪ ਜੀ ਨੂੰ ਸੰਬੋਧਨ ਕਰ ਸਕਦੇ ਹਨ ਕਿ ਤੁਸੀਂ ਕਨਕਪੁਰ ਵਾਸੀ ਨੂੰ ਯਾਦ ਰੱਖੋ, ਤੁਸੀਂ ਸੱਚਖੰਡ ਵਾਸੀ ਨੂੰ ਯਾਦ ਰੱਖੋ, ਤੁਸੀਂ ਪੀਰਾਂ ਦੇ ਪੀਰ ਨੂੰ ਯਾਦ ਰੱਖੋ, ਜਾਂ ਤੁਸੀਂ
ਪਾਰ ਬ੍ਰਹਮ ਨੂੰ ਯਾਦ ਰੱਖੋ। ਸਾਰੇ ਉਹਦੇ ਹੀ ਨਾਮ ਹਨ। ਆਪ ਜੀ ਨੇ ਲੇਖ ਦੇ ਵਿੱਚ ਸਰਵਣ ਵੀ ਕੀਤਾ, ਮੈਂ ਆਪ ਜੀ ਨਾਲ ਉਸ ਤੱਕ ਵੀ ਪਹੁੰਚਦਾ ਹਾਂ, ਅੱਗੇ ਜਾ ਕੇ ਉਸ ਪੰਕਤੀਆਂ ਦਾ ਵੀ ਆਪ ਜੀ ਨਾਲ ਵਿਚਾਰ ਕਰਦਾ ਹਾਂ। ਗੁਰਸਿੱਖ ਜਦੋਂ ਹਜ਼ੂਰ ਸ਼ਹਿਨशाह ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਨਾਲ ਪਿਆਰ ਕਰਦੇ ਹਨ, ਤਾਂ ਗੁਰਸਿੱਖਾਂ ਦੇ ਘਰ ਆ ਕੇ ਉਹ ਆਪ ਅਵਤਾਰ, ਨਰ ਅਵਤਾਰ ਆਪ ਆਣ ਕੇ ਉਹਨਾਂ ਦਾ ਪਾਰ ਉਤਾਰੇ ਕਰਦੇ ਹਨ, ਉਹਨਾਂ ਦੇ ਕਾਜ ਸਵਾਰਦੇ ਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹਿੰਦੇ, ਮੈਂ ਹੀ ਸਾਚੇ ਲੇਖ ਲਿਖਾਰੇ, ਕਿ ਜਿੰਨੇ ਇਹ ਲੇਖ ਨੇ ਸਾਚੇ ਮੈਂ ਹੀ ਲਿਖਾਏ ਨੇ, ਮੇਰੇ ਤੋਂ ਉੱਪਰ ਕੋਈ ਹੋਰ ਨਹੀਂ ਜੋ ਲਿਖਾ ਦੇਵੇ। ਉਹਦੇ ਬਾਅਦ ਕੀ ਕਹਿੰਦੇ ਨੇ ਕਿ ਜੁਗੋ ਜੁਗ ਮੈਂ ਹੀ ਜੋਤ ਰਖਾਉਂਦਾ ਹਾਂ। ਜਿੰਨੇ ਵੀ ਗੁਰੂ ਪੀਰ ਪੈਗੰਬਰ ਹੋਏ ਐ ਉਹਨਾਂ ਦੇ ਵਿੱਚ ਜੋਤ ਦਾ ਨੂਰ ਮੈਂ ਹੀ ਭੇਜਦਾ ਹਾਂ, ਕਿਉਂਕਿ ਉਹ ਪ੍ਰਭ ਅਬਨਾਸੀ ਸਾਚਾ ਖੇਲ ਕਰਦਾ ਹੈ। ਤੇ ਪ੍ਰਭ ਅਬਨਾਸੀ ਕੌਣ ਹੈ ਜੀ? ਅਬਨਾਸੀ ਮਤਲਬ ਜੋਤ ਸਰੂਪ ਨਿਰੰਕਾਰ, ਜਿਹੜਾ ਜਨਮ ਮਰਨ ਦੀ ਖੇਡ ਵਿੱਚ ਨਹੀਂ ਆਉਂਦਾ। ਉਹੀ ਪਾਰ ਬ੍ਰਹਮ ਹੈ, ਉਹੀ ਕਨਕਪੁਰ ਵਾਸੀ ਹੈ, ਔਰ ਉਹਨਾਂ ਨੇ ਹੀ ਮਾਤ ਲੋਕ ਤੇ ਜਾਮਾ ਪਹਿਨ ਕੇ ਭਗਤਾਂ ਦੇ ਘਰ ਜਾ ਕੇ ਜੋਤ ਰੂਪੀ ਵੀ ਤੇ ਸਰਗੁਣ ਦੇਹ ਕਰਕੇ ਵੀ ਜਦੋਂ ਸੰਗਤਾਂ ਦੇ ਨਾਲ ਵਿਚਰੇ ਨੇ 52 ਸਾਲ ਘਵਿੰਡ ਦੀ ਧਰਤੀ ਤੋਂ, ਉਹ ਵੀ ਆਪ ਜੀ ਦੇ ਸਾਹਮਣੇ ਹੈ। ਫਿਰ ਕੀ ਕਹਿੰਦੇ ਨੇ ਕਿ ਆਦ ਜਗਾਦ ਏਕੰਕਾਰ ਜੋਤ, ਇੱਕੋ ਹੀ ਜੋਤ ਹੈ। ਆਦ ਵਿੱਚ ਵੀ, ਸ਼ੁਰੂ ਚ ਹੋਈ ਜਦੋਂ, ਤੇ ਅੰਤ ਵਿੱਚ ਆਦ ਜੁਗਾਦ, ਸ਼ੁਰੂ ਤੋਂ ਲੈ ਕੇ ਅੱਜ ਤੱਕ ਇੱਕ ਹੀ ਜੋਤ ਹੈ, ਜੋ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਜੀ, ਕਿਉਂਕਿ ਉਹਨਾਂ ਨੇ ਕੀ ਕਿਹਾ ਕਿ ਏਕੰਕਾਰ ਜੋਤ ਆਧਾਰ ਪਸਰ ਪਸਾਰ ਸ੍ਰਿਸ਼ਟੀ, ਸ੍ਰਿਸ਼ਟ ਸੁਭਾਈ ਇੱਕ ਆਧਾਰ ਰਖੰਦਾ। ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਇੱਕੋ ਚੀਜ਼ ਦਿੱਤੀ ਆ, ਉਹਨਾਂ ਦੀ ਜੋਤ ਦਾ ਆਧਾਰ ਹੈ ਪੂਰੀ ਸ੍ਰਿਸ਼ਟੀ ਨੂੰ। ਜੋ ਅੱਜ ਸਾਰੀ ਸ੍ਰਿਸ਼ਟੀ ਉਹਨਾਂ ਦੇ ਗੁਣ ਗਾਉਂਦੀ ਹੈ, ਉਹਨਾਂ ਦੀ ਟੇਕ ਰੱਖਦੀ ਹੈ। ਗੁਰੂ ਪੀਰ ਪੈਗੰਬਰ ਅਵਤਾਰ ਆਏ, ਉਹਨਾਂ ਨੇ ਉਹਨਾਂ ਦੀ ਟੇਕ ਰੱਖੀ, ਉਹਨਾਂ ਦੀ ਉਡੀਕ ਕੀਤੀ। ਸਾਨੂੰ ਇਸ ਲੇਖ ਦੇ ਨਾਲ ਕਲੀਅਰ ਹੋ ਗਿਆ ਕਿ ਜਿੰਨੇ ਵੀ ਅਵਤਾਰ ਪੀਰ ਪੈਗੰਬਰ ਗੁਰੂ ਆਏ ਜੁਗੋ ਜੁਗ, ਉਹਨਾਂ ਦੀ ਹੀ ਜਿਹੜੀ ਓਟ ਸੀ ਉਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ, ਚਾਹੇ ਇਹਨਾਂ ਨੂੰ ਪਾਰ ਬ੍ਰਹਮ ਕਹਿ ਲਓ। ਸ੍ਰਿਸ਼ਟ ਸੁਭਾਈ ਇੱਕ ਆਧਾਰੇ, ਇੱਕ ਕੌਣ? ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਉਹਨਾਂ ਦੇ ਆਧਾਰ ਤੇ ਹੀ ਸ੍ਰਿਸ਼ਟ ਸੁਭਾਈ ਸਾਰੀ ਹੈ, ਉਹਨਾਂ ਦੀ ਹੀ ਓਟ ਆਸਰੇ ਚੱਲਦੀ ਹੈ। ਆਧਾਰ ਮਤਲਬ ਆਸਰਾ, ਜਿਹੜਾ ਆਧਾਰ ਦੀ ਗੱਲ ਕਰਦੇ ਆ, ਆਧਾਰ ਦਾ ਮਤਲਬ ਹੁੰਦਾ ਆਸਰਾ। ਉਹਦੇ ਬਾਅਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤ ਸਰੂਪ, ਸਤ ਪੁਰਖਾਂ ਪਾਰ ਉਤਾਰੇ। ਜਦੋਂ ਇੱਥੇ ਆਪਾਂ ਗੱਲ ਕਰਦੇ ਹਾਂ ਅਗਰ, ਤਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਵਿੰਡ ਵਾਲਿਆਂ ਦਾ ਨਾਮ ਹੈ ਸਤ ਸਰੂਪ। ਉਹਨਾਂ ਦਾ ਆਪਾਂ ਦੇਖਦੇ ਹਾਂ ਨਿਰਗੁਣ ਵੀ ਆਪ ਹਨ, ਸਰਗੁਣ ਵੀ ਆਪ ਹਨ। ਮੈਂ ਥੋੜਾ ਜਿਹਾ ਪਿੱਛੇ ਜਾ ਰਿਹਾ, ਪਿਛਲੇ ਜੂਮ ਦੇ ਲੇਖ ਤੇ ਜਾ ਰਿਹਾ ਹਾਂ। ਜਦੋਂ ਬਾਬਾ ਚੇਤ ਸਿੰਘ ਹੁਣਾਂ ਵਾਲੀ ਲਿਖਤ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ, ਤੇ ਬਾਬਾ ਚੇਤ ਸਿੰਘ ਨੇ ਕੀ ਕਿਹਾ ਸੀ, ਕਿਉਂਕਿ ਉਹਨਾਂ ਨਾਲ ਨਿਰਗੁਣ ਸਰਗੁਣ ਹੋ ਕੇ ਦੋਨਾਂ ਖੇਲਾਂ ਹੋਈਆਂ ਸਨ। ਉਹਨਾਂ ਨੇ ਕੀ ਕਿਹਾ ਬਾਬਾ ਚੇਤ ਸਿੰਘ ਨੇ ਜਦੋਂ ਉੱਪਰ ਗਏ ਸੱਚਖੰਡ, ਵੀ ਇੱਥੇ ਵੀ ਤੂੰ ਤੇ ਉੱਥੇ ਵੀ ਤੂੰ, ਅਸੀਂ ਤਾਂ ਭੁੱਲੇ ਰਹੇ। ਤੇ ਉਹ ਵੀ ਆਪ ਜੀ ਨਾਲ ਵਿਚਾਰ ਸਾਂਝਾ ਕਰਾਂਗੇ, ਆਪਾਂ ਵਿਸ਼ੇ ਤੇ ਰਹੀਏ ਜੀ। ਸਤ ਪੁਰਖਾਂ ਪਾਰ ਉਤਾਰੇ, ਜੋ ਉਸ ਨੂੰ ਸਤ ਮੰਨਦੇ ਹਨ, ਸੱਚੇ ਮਾਰਗ ਤੇ ਚੱਲਦੇ ਹਨ, ਉਹਨਾਂ ਦੇ ਉਹ ਪਾਰ ਉਤਾਰੇ ਕਰਦਾ ਹੈ। ਫਿਰ ਕਹਿੰਦੇ ਆ ਇੱਥੇ ਪਾਰ ਬ੍ਰਹਮ
ਦੀ ਗੱਲ ਕਰਦੇ ਹਾਂ ਅਗਰ, ਤਾਂ ਜਿਸ ਦੇਹ ਬਣਾਈ, ਸਾਡੀ ਦੇਹ ਦੀ ਬਣਤ ਕਿਹਨੇ ਬਣਾਈ ਹੈ? ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਜੀ। ਫਿਰ ਉਹਨਾਂ ਦੇ ਹੱਥ ਹੀ ਸਾਡੀ ਵਡਿਆਈ ਹੈ। ਜਿਸ ਹੱਥ ਵਡਿਆਈ, ਸਾਡੀ ਵਡਿਆਈ ਕਿਸ ਹੱਥ ਹੈ? ਸਾਨੂੰ ਕੌਣ ਵਡਿਆਈਆਂ ਦੇ ਰਿਹਾ ਹੈ? ਕਨਕਪੁਰ ਵਾਸੀ। ਪਵਨ ਰੂਪ ਸਵਾਸ ਚਲਾਈ, ਜਦੋਂ ਉਹਦੇ ਪਵਨ ਰੂਪ ਤੁਹਾਡੇ ਸਵਾਸ ਚੱਲਦੇ ਹਨ ਤੇ ਤੁਸੀਂ ਆਪਣੇ ਦੇਹ ਦੇ ਵਿੱਚ ਸਵਾਸ ਦੀ ਲੋੜ ਹੈ, ਉਹਨਾਂ ਨੇ ਸਵਾਸ ਪਾਏ। ਔਰ ਜੋ ਆਪ ਦਾ ਆਕਾਰ ਬਣਾਇਆ ਉਹਦੇ ਵਿੱਚ 5 ਵਿਕਾਰ ਵੀ ਨੇ ਔਰ 8 ਧਾਰ 9 ਦਵਾਰ ਵੀ ਨੇ, ਪਰ ਉਹ ਬਣਾਉਣ ਵਾਲਾ ਉਹੀ ਹੈ ਜਿਹਨੇ 8 ਤੱਤਾਂ ਤੋਂ ਤੁਹਾਡੀ ਦੇਹ ਬਣਾਈ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ। ਜੋਤ ਸਰੂਪ ਅਵਤਾਰ ਜਦੋਂ ਉਹਨਾਂ ਨੇ ਲਿਆ ਹੈ ਲੋਕ ਮਾਤ ਦੇ ਉੱਪਰ ਜਾਮਾ ਧਾਰ ਕੇ, ਨੇ ਕਲੰਕ ਨਰੈਣ ਨਰ ਅਵਤਾਰ, ਤੇ ਆਪ ਜੀ ਅੱਜ ਵੀ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰਾ ਲਾਉਂਦੇ ਹੋ। ਇਹ ਜਿਸ ਦਾ ਜੈਕਾਰਾ ਲਾਉਂਦੇ ਹੋ 24 ਅਵਤਾਰ ਦਾ ਜੈਕਾਰਾ ਹੈ, ਕਿਉਂਕਿ ਉਹ ਕਹਿੰਦਾ ਮੈਂ ਪਾਰ ਬ੍ਰਹਮ, ਮੈਂ ਜੋਤ ਸਰੂਪ ਲਿਆ ਅਵਤਾਰ, ਮਾਤ ਲੋਕ ਆਇਆ ਜਾਮਾ ਧਾਰ, ਨੇ ਕਲੰਕ ਨਰੈਣ ਨਰ ਅਵਤਾਰ। ਉਹ ਨਰ ਅਵਤਾਰ ਵੀ ਨੇ ਕਿਉਂਕਿ ਜਦੋਂ ਦੇਹ ਧਾਰਨਗੇ ਤੇ ਨਰ ਅਵਤਾਰ ਬਣ ਗਏ, ਜਦੋਂ ਦੇਹ ਤਜਾਤੀ ਤੇ ਜੋਤ ਸਰੂਪ ਨਰ ਅਵਤਾਰ ਹੀ ਨੇ, ਕਿਉਂਕਿ ਜੋਤ ਸਰੂਪ ਹੋਣ ਜਾਂ ਸਰਗੁਣ ਰੂਪ ਚ ਹੋਣ ਉਹ ਉਹਦੀ ਖੇਲ ਹੈ, ਉਹ ਆਪ ਹੀ ਖੇਲ ਕਰ ਰਹੇ, ਆਪੇ ਹੀ ਹਨ, ਉਹਦੇ ਵਿੱਚ ਕੋਈ ਦੂਸਰਾ ਨਹੀਂ ਹੈ। ਹਰ ਸੰਗਤ ਜੀਓ, ਆਪ ਜੀ ਨਾਲ ਇਹ ਮੈਂ ਲੇਖ ਔਰ ਇਹ ਵਿਚਾਰ ਇਸ ਕਰਕੇ ਸਾਂਝੇ ਕਰ ਰਿਹਾ ਹਾਂ ਕਿ ਬਹੁਤ ਸਾਰੇ ਬੁਲਾਰੇ ਭੁਲੇਖਾ ਪਾਉਂਦੇ ਹਨ, ਪਰ ਉਹ ਭੁਲੇਖਾ ਪਾਉਣ ਵਾਲੀ ਗੱਲ ਹੈ ਨਹੀਂ। ਅੱਗੇ ਕੀ ਕਹਿੰਦੇ ਹਨ? ਆਪ ਜੀ ਨਾਲ ਗੁਰਸਿੱਖ ਵੀਰ ਨੇ ਹੁਣੇ ਲੇਖ ਸਾਂਝਾ ਕੀਤਾ ਹੈ ਕਿ ਪਾਰ ਬ੍ਰਹਮ ਪਾਵੇ ਦਰਸ਼, ਪਰਮੇਸ਼ਵਰ ਜਗਤੇਸ਼ਵਰ ਮਹੇਸ਼ਵਰ ਰਖੇਸ਼ਵਰ ਪੂਰਨ ਪੁਰਖ ਅਪਾਰਾ, ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਖਿਲਾਏ ਦਸਮ ਦਵਾਰਾ। ਹਰ ਸੰਗਤ ਜੀਓ ਮਾਫ ਕਰਨਾ, ਵਿੱਚੋਂ ਬਾਣੀ ਦੀ ਪੰਕਤੀ ਇਸ ਕਰਕੇ ਮੈਂ ਸਾਂਝੀ ਕਰ ਰਿਹਾ ਹਾਂ ਕਿ ਕਿਸੇ ਟਾਈਮ ਸਾਨੂੰ ਇਸ ਦੇਖਣ ਵਾਸਤੇ ਵੀ ਮੈਂ ਕਿੱਥੋਂ ਵਿਚਾਰ ਕਰ ਰਿਹਾ ਹਾਂ, ਆਪ ਜੀ ਉਸ ਨੂੰ ਦੇਖ ਪਾਓ, ਕਿਉਂਕਿ ਉਸ ਤੋਂ ਬਿਨਾਂ ਦਸਮ ਦਵਾਰੀ ਦਾ ਕਿਸੇ ਨੇ ਵੀ ਕੁੰਡਾ ਨਹੀਂ ਖੋਲਣਾ। ਦਸਮ ਦਵਾਰੀ ਦਾ ਮਾਲਕ ਆ, ਚਾਹੇ ਉਹਨੂੰ ਪਾਰ ਬ੍ਰਹਮ ਕਹਿ ਲਓ, ਪਰਮੇਸ਼ਵਰ ਕਹਿ ਲਓ, ਜਗਤੇਸ਼ਵਰ ਕਹਿ ਲਓ, ਮਹੇਸ਼ਵਰ ਕਹਿ ਲਓ, ਰਖੇਸ਼ਵਰ ਕਹਿ ਲਓ, ਕੁਛ ਵੀ ਕਹਿ ਲਓ, ਪੂਰਨ ਪੁਰਖ ਅਪਾਰਾ, ਪੁਰਖ ਅਕਾਲ, ਕਨਕਪੁਰ ਵਾਸੀ, ਘਵਿੰਡ ਵਾਸੀ, ਸੱਚਖੰਡ ਵਾਸੀ, ਆਪ ਜੀ ਕੁਛ ਵੀ ਕਹਿ ਕੇ ਉਹਨਾਂ ਨੂੰ ਪੁਕਾਰ ਸਕਦੇ ਹੋ। ਗੱਲ ਇੱਕੋ ਹੀ ਆਉਣੀ ਆ ਜੋ ਪਹਿਲਾਂ ਆਪ ਜੀ ਨਾਲ ਮੈਂ ਸਾਂਝਾ ਕਰ ਚੁੱਕਿਆ ਹਾਂ। ਸੋ ਗੁਰਸਿੱਖ ਵੀਰ ਜੀਓ, ਥਾਂ ਥਾਂ ਤੇ ਮੋਹਰ ਆ ਰਹੀ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਫਿਰ ਕਲਯੁਗ ਪ੍ਰਗਟੇ, ਆਪ ਜੀ ਭਲੀ ਭਾਂਤੀ ਜਾਣਦੇ ਹੋ ਕਲਯੁਗ ਚ ਕੌਣ ਪ੍ਰਗਟਿਆ ਸੀ, 24 ਅਵਤਾਰ ਕੌਣ ਸਨ? ਜਿਹੜੀਆਂ ਪੀਰ ਪੈਗੰਬਰਾਂ ਗੁਰੂਆਂ ਅਵਤਾਰਾਂ ਦੀਆਂ ਟੇਕ ਰੱਖੀਆਂ ਸੀ, ਉਹਨਾਂ ਦੀਆਂ ਆਸਾਂ ਸਨ ਕਿ ਪਛੀਨ ਗੋਈਆਂ ਕੀਤੀਆਂ ਕਿ ਨੇਹ ਕਲੰਕ ਅਵਤਾਰ ਆਏਗਾ, ਕਲਕੀ ਅਵਤਾਰ ਆਏਗਾ, ਤੇ ਉਹਨਾਂ ਨੇ ਫਿਰ ਕਲਯੁਗ ਦੇ ਵਿੱਚ ਆਪਣਾ ਜਾਮਾ ਧਾਰਿਆ। ਔਰ ਵਰਡਨ ਪੀਰ ਮਤਲਬ ਕਿ ਵੱਡਾ ਉਹ ਸਭ ਤੋਂ ਆਇਆ, ਪੀਰਾਂ ਦਾ ਪੀਰ, ਗੁਰੂਆਂ ਦਾ ਗੁਰੂ। ਸੋ ਉਹਨਾਂ ਆਣ ਕੇ ਗੁਰਮੁਖਾਂ ਦੇ ਬੰਦ ਖਲਾਸੇ ਕੀਤੇ, ਜਨਮ ਮਰਨ ਤੋਂ ਰਹਿਤ ਕੀਤਾ। ਕਿੱਦਾਂ ਕੀਤਾ? ਆਪਣਾ ਨਾਮ ਜਪਾ ਕੇ, 84 ਚੋਂ ਕੱਢਿਆ ਕਿਵੇਂ? ਆਪਣਾ ਨਾਮ ਜਪਾ ਕੇ, ਆਪਣਾ ਸ਼ਬਦ ਦੇ ਕੇ, ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਉਹਦੇ ਨਾਲ ਕੀ ਕੀਤਾ? ਆਪਣਾ ਦਰਸ਼ ਦਿੱਤਾ ਮਾਤ ਲੋਕ ਤੇ ਆ ਕੇ, ਸਰਗੁਣ ਰੂਪ ਦੇ ਵਿੱਚ, ਸਤ ਸਰੂਪ ਦਾ। ਸੋ ਇਹ ਬਹੁਤ ਸਾਰੇ ਵਿਚਾਰ ਨੇ ਜੋ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ, ਜੋ ਪਰਮੇਸ਼ਰ ਦਇਆ ਕਰਨਗੇ। ਅੱਗੇ ਵੀ ਥੋੜਾ ਜਿਹਾ 5-4 ਮਿੰਟ ਹੋਰ ਲਵਾਂਗਾ ਆਪ ਜੀ ਦੇ, ਮੈਂ ਸਮਾਂ ਪਹਿਲਾਂ ਬਹੁਤ ਲੈ ਚੁੱਕਿਆ ਹਾਂ, ਤੋ ਆਪ ਜੀ ਫਿਰ ਇਸ ਤੇ ਕੋਈ ਵਿਚਾਰ ਦਿਓਗੇ। ਜੋ ਸੋਹੰਗ ਸਾਨੂੰ ਸ਼ਬਦ ਚ ਪਾਉਂਦਾ ਹੈ,
ਤੇ ਆਤਮਾ ਨੂੰ ਸਾਚੀ ਧਰਮਸ਼ਾਲਾ, ਆਤਮਾ ਸਾਡੀ ਸਾਚੀ ਧਰਮਸ਼ਾਲਾ ਕਿਵੇਂ ਬਣਦੀ ਹੈ? ਜਦੋਂ ਅਸੀਂ ਉਹਦਾ ਨਾਮ ਜਪਦੇ ਹਾਂ। ਸੋਹੰਗ ਸ਼ਬਦ ਜਪਾਵੇ ਆਤਮ ਦਿਖਾਵੇ, ਆਤਮ ਨੂੰ ਜੋ ਦਿਖਾਉਣੇ, ਸੋਹੰਗ ਸ਼ਬਦ ਹੀ ਤੁਹਾਡੀ ਜਿਹੜੀ ਸਾਚੀ ਧਰਮਸ਼ਾਲਾ ਆਤਮਾ ਨੂੰ ਬਣਾਉਂਦਾ ਹੈ। ਸਿਰਫ ਸੋਹੰਗ ਸ਼ਬਦ ਹੈ। ਕਿਸੇ ਵੀ ਜਗ੍ਹਾ ਤੇ, ਕਿਸੇ ਵੀ ਗ੍ਰੰਥ ਦੇ ਵਿੱਚ ਹਰ ਸੰਗਤ ਜੀ ਆਪ ਜੀ ਦੇ ਲਈ ਤੂੰ ਮੇਰਾ ਤੇ ਮੈਂ ਤੇਰਾ ਜਪਣ ਲਈ ਨਹੀਂ ਕਿਹਾ। ਜਕਾਰੇ ਤੋਂ ਪਹਿਲਾਂ ਜਾਂ ਜਕਾਰੇ ਤੋਂ ਬਾਅਦ, ਵਿਹਾਰ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਵਿਹਾਰ ਸ਼ੁਰੂ ਹੋਣ ਤੋਂ ਬਾਅਦ ਜਾਂ ਮੱਧ ਦੇ ਵਿੱਚ, ਆਪ ਜੀ ਜਦੋਂ ਵੀ ਕਿਸੇ ਭਗਤ ਨੂੰ ਮਿਲਦੇ ਹੋ, ਜੋ ਉਹਨਾਂ ਨੇ ਆਪਣੀ ਇੱਕ ਫੁਲਵਾੜੀ ਬਣਾਈ ਹੈ, ਆਪਣਾ ਇੱਕ ਪਰਿਵਾਰ ਬਣਾਇਆ ਹੈ ਭਗਤਾਂ ਦਾ, ਜਦੋਂ ਵੀ ਆਪ ਜੀ ਹਰ ਭਗਤ ਜੀ ਉਹ ਇੱਕ ਦੂਜੇ ਨੂੰ ਮਿਲਦੇ ਹੋ ਤੇ ਤੁਹਾਡੀ ਖੁਸ਼ੀ ਦਾ ਅੰਤ ਨਹੀਂ ਰਹਿ ਜਾਂਦਾ ਜਦੋਂ ਤੁਸੀਂ ਕਹਿੰਦੇ ਹੋ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਇਹ ਇੱਕ ਸਬੂਤ ਮਿਲਦਾ ਹੈ, ਇੱਕ ਸਬੂਤ ਮਿਲਦਾ ਹੈ ਕਿ ਤੁਹਾਡਾ ਭਗਵਾਨ ਤੁਹਾਡੇ ਹੁਣ ਵੀ ਨਾਲ ਹੈ ਜਿੱਥੇ ਤੁਸੀਂ ਖੜੇ ਹੋ, ਜਦੋਂ ਉਸ ਦਾ ਜਕਾਰਾ ਲਗਾਉਂਦੇ ਹੋ, ਕਿਉਂਕਿ ਉਹ ਤੁਹਾਡਾ ਗਵਾਹ ਹੈ ਵਿੱਚ ਤੁਹਾਡੇ। ਜਦੋਂ ਜਕਾਰਾ ਲਗਾਉਂਦੇ ਹੋ ਤਾਂ ਹੀ ਤੁਹਾਨੂੰ ਪ੍ਰੇਮ ਜਾਗਦਾ ਹੈ। ਬਾਕੀ ਸੋਹੰਗ ਦਾ ਜੋ ਭਾਵ ਹੈ ਉਹ ਹੈ ਤੂੰ ਮੇਰਾ ਮੈਂ ਤੇਰਾ, ਪਰ ਉਹ 2 ਵਾਰੀ ਆਖਿਆ ਗਿਆ ਹੈ। ਤੁਸੀਂ ਸੋਹੰਗ ਕਹਿੰਦੇ ਹੋ, ਉਸਦਾ ਭਾਵ ਹੀ ਤੂੰ ਮੇਰਾ ਔਰ ਮੈਂ ਤੇਰਾ ਹੈ। ਔਰ ਤੂੰ ਮੇਰਾ ਤੇ ਮੈਂ ਤੇਰਾ ਸਭ ਤੋਂ ਪਹਿਲਾਂ ਬਾਬਾ ਮਨੀ ਸਿੰਘ ਉਹਨਾਂ ਨੇ ਕਿਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਜੀ ਨੂੰ। ਕਦੋਂ ਕਿਹਾ ਸੀ? ਜਦੋਂ ਉਹਨਾਂ ਨੇ ਆਪਣਾ ਆਪ ਸਮਰਪਿਤ ਕਰਤਾ ਉਹਨਾਂ ਦੇ, ਤੇ ਉਹਨਾਂ ਨੇ ਵੀ ਅੱਗੋਂ ਉਸ ਨੂੰ ਅਸੈਪਟ ਕੀਤਾ ਕਿ ਇਹ ਮੇਰੇ ਭਗਤ, ਮੇਰੇ ਸਿੱਖ, ਅਗਰ ਤੂੰ ਮੇਰਾ ਹੋਣ ਲਈ ਆਇਆ ਹੈ, ਤੂੰ ਇੰਨੀ ਗੱਲ ਕਹਿ ਰਿਹਾ ਹੈ ਤੇ ਤੂੰ ਮੇਰਾ ਹੈ। ਉਸ ਦੇ ਬਾਅਦ ਘਵਿੰਡੋ ਦਾਤ ਮਿਲੀ ਸੀ, ਇਸ ਕਰਕੇ ਉਹਨਾਂ ਨੇ ਦੇ ਕਰਕੇ ਨਾਮ ਸ਼ਬਦ ਦਾ ਜਕਾਰਾ ਦਿੱਤਾ ਸੀ, ਤੇ ਉਹਨਾਂ ਨੇ ਉਸ ਚੀਜ਼ ਨੂੰ ਅਪਣਾਇਆ ਸੀ ਬਾਬਾ ਮਨੀ ਸਿੰਘ ਜੀ ਨੇ। ਅੱਗੇ ਵਧਾਉਂਦੇ ਹਾਂ ਜੀ। ਔਰ ਇੱਕ ਹੋਰ ਵਿਚਾਰ ਆਪ ਜੀ ਦਾ ਕਲੀਅਰ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਸੋਹੰਗ ਦਾ ਸ਼ਬਦ ਜਾਪ ਸੀ, ਉਹਨਾਂ ਦਾ ਨਾਮ ਸੀ, ਉਹ ਬਾਬਾ ਮਨੀ ਸਿੰਘ ਜੀ ਨੂੰ ਮਿਲਿਆ, ਕਿਉਂਕਿ ਉਹਨਾਂ ਨੂੰ ਸੋਝੀ, ਮਨੀ ਸਿੰਘ ਨੂੰ ਸੋਝੀ ਹੋਈ, ਆਪ ਜੀ ਸ਼ਬਦ ਪੜ੍ਹਦੇ ਹੋ। ਜਦੋਂ ਸੋਹੰਗ ਸ਼ਬਦ ਜਪਾਉਂਦੇ ਹਾਂ ਤੇ ਕੀ ਕਹਿੰਦੇ ਹੈ ਕਿ ਜਦੋਂ ਕਲਯੁਗ ਅੰਤਮ ਅੰਤ ਸੋਹੰਗ ਸ਼ਬਦ ਦਾ ਜਾਪ ਕਰਦੇ ਹਾਂ ਤੇ ਸਾਡਾ ਜੋ ਕਾਰੋ ਵਿਹਾਰ ਹੈ ਦੁਨੀਆ ਤੇ, ਜਿੱਥੇ ਅਸੀਂ ਪਰੇਸ਼ਾਨ ਹਾਂ, ਉਹ ਅਸੀਂ ਸਖਾਲੇ ਹੋ ਜਾਂਦੇ ਹਾਂ। ਸਾਨੂੰ ਅਗਰ ਸਖਾਲਾ ਕਰਦਾ ਹੈ ਤੇ ਇੱਕ ਕੇਵਲ ਸੱਚਾ ਸ਼ਬਦ ਸੋਹੰਗ ਕਰਦਾ ਹੈ। ਜਗਤ ਕੋਟ ਤ੍ਰਿਸ਼ਨਾ ਦੇ ਵਿੱਚੋਂ ਜਿਹੜੀਆਂ ਪ੍ਰੋਬਲਮਾਂ ਸਾਨੂੰ ਆਉਂਦੀਆਂ ਹਨ, ਉਹਨਾਂ ਨਾਲੋਂ ਤੋੜ ਕੇ ਸਾਨੂੰ ਸੋਹੰਗ ਸ਼ਬਦ ਹੀ ਇੱਕ ਨਵੇਕਲਾ ਸ਼ਬਦ ਹੈ ਪੂਰੀ ਦੁਨੀਆ ਤੇ, ਜੋ ਆਪ ਜੀ ਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਚਰਨਾਂ ਦੇ ਵਿੱਚ ਤੁਹਾਡੀ ਪ੍ਰੀਤੀ ਨੂੰ ਜੋੜ ਕੇ ਤੇ ਤੁਹਾਨੂੰ ਸੁਖਾਲਾ ਕਰ ਦਿੰਦਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਹੱਥ ਤੇਰੀ ਵਡਿਆਈ, ਅਸੀਂ ਜਿੰਨੇ ਵੀ ਮਾਤ ਲੋਕ ਦੇ ਜੀਵ ਹਾਂ, 84 ਲੱਖ 33 ਕਰੋੜ ਦੇਵੀ ਦੇਵਤੇ, ਪੀਰ ਪੈਗੰਬਰ, ਗੁਰੂ ਅਵਤਾਰ, ਭਗਤ, ਸਭ ਦੀ ਵਡਿਆਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਦੇ ਹੱਥ ਵਿੱਚ ਹੈ। ਜਿਸ ਨੂੰ ਚਾਹੇ ਦੇਵੇ, ਜਿਸ ਨੂੰ ਚਾਹੇ ਨਾ ਦੇਵੇ। ਔਰ ਪੂਰਨ ਜੋਤ ਇੱਕ ਭਗਵਾਨ, ਇੱਕੋ ਜੋਤ ਹੈ, ਪੂਰਨ ਜੋਤ, ਪੂਰੀ ਜੋਤ। ਪੂਰਨ ਦਾ ਮਤਲਬ ਹਰ ਸੰਗਤ ਜੀਓ, ਆਪ ਜੀ ਨਾਲ ਮੈਂ ਦੁਬਾਰਾ ਅੱਜ ਫਿਰ ਸਾਂਝਾ ਕਰ ਰਿਹਾ ਹਾਂ ਇੱਥੇ, ਪਹਿਲਾਂ ਵੀ ਇੱਕ ਦਿਨ ਆਪ ਜੀ ਨਾਲ ਮੈਂ ਵਿਚਾਰ 'ਚ ਸਾਂਝਾ ਕਰਕੇ ਗਿਆ ਹਾਂ। ਪੂਰਨ ਦਾ ਮਤਲਬ ਪੂਰਾ, ਪਰਫੈਕਟ ਜਿਹਨੂੰ ਕਹਿੰਦੇ ਆ, ਇੰਗਲਿਸ਼ ਦਾ ਵਰਡ ਹੈ ਪਰਫੈਕਟ। ਔਰ ਜੋਤ ਸਰੂਪ ਹੈ ਭਗਵਾਨ, ਇੱਕੋ ਜੋਤ ਹੈ ਜੋ ਪੂਰੀ ਹੈ, ਸਦਾ ਰਹਿਣ ਵਾਲਾ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ, ਆਦ ਤੋਂ ਜਗਾਤ ਤੱਕ।
ਉਸ ਤੋਂ ਬਾਅਦ ਕੀ ਕਹਿੰਦੇ ਹੈ ਕਿ ਗੁਰਸਿੱਖਾਂ ਨੂੰ ਮਾਣ ਕਿਹਨਾਂ ਦਿੱਤਾ। ਆਪ ਜੀ ਨੇ ਇਸ ਲੇਖ ਦੇ ਵਿੱਚ ਸਰਵਣ ਕੀਤਾ ਹੈ, ਗੁਰਸਿੱਖਾਂ ਨੂੰ ਮਾਣ ਕਿਹਨਾਂ ਦਿੱਤਾ ਕਿ ਸਾਧਾਂ ਸੰਤਾਂ ਦੇ ਵਿੱਚ ਵੀ ਮੈਂ ਤੁਹਾਨੂੰ ਹੀ ਮਾਣ ਦਵਾਉਣਾ ਹਾਂ। ਭਗਤ ਦੀ ਪਦਵੀ ਇੰਨੀ ਉੱਚੀ ਕਰ ਦਿੱਤੀ ਕਿ ਸਾਧਾਂ ਸੰਤਾਂ ਤੋਂ ਉੱਪਰ ਪਦਵੀ ਰੱਖੀ, ਗੁਰਸਿੱਖ ਦੀ ਪਦਵੀ ਇੰਨੀ ਉੱਚੀ ਰੱਖੀ ਕਿ ਸਾਧਾਂ ਸੰਤਾਂ ਦੇ ਵਿੱਚ ਵੀ ਤੁਹਾਨੂੰ ਹੀ ਮਾਣ ਦਵਾਉਣਾ ਹਾਂ, ਮੈਂ ਤੁਹਾਡਾ ਹੀ ਉੱਥੇ ਮਾਣ ਹੈ। ਸੋ ਇਹ ਮੇਰੇ ਸਾਹਿਬ ਦੀਆਂ ਵਡਿਆਈਆਂ ਨੇ। ਮਜ਼ਾ ਬਹੁਤ ਆ ਰਿਹਾ ਹੈ, ਦਿਲ ਤੇ ਕਰਦਾ ਕਿ ਆਪ ਜੀ ਦੇ ਨਾਲ ਇਦਾਂ ਹੀ ਰਾਤ ਦਿਨ ਜੁੜੇ ਰਹੀਏ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਫਿਰ ਅਸੀਂ ਜਦੋਂ ਜਕਾਰਾ ਲਾਉਨੇ ਹਾਂ, ਕਿਉਂ? ਉਹ ਕੌਣ ਹੈ ਜਿਸ ਤੇਰੀ ਬਣਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਨਪੁਰ ਵਾਸੀ ਹਨ, ਸੱਚਖੰਡ ਵਾਸੀ ਹਨ, ਜਿਨ ਸਾਡੀ ਬਣਤ ਬਣਾਈ। ਇਹ ਬਣਤ ਕੀ ਬਣਾਈ? ਆਪ ਜੀ ਸਿੱਧਾ ਵੀ ਅਗਰ ਦੇਖਣਾ ਚਾਹੁੰਦੇ ਹੋ ਤੇ ਸਰੂਪ ਦੇ ਦਰਸ਼ਨ ਕਰੋ। ਸਾਡੀ ਬਣਤ ਕੀ ਬਣਾਈ? ਭਗਤ ਬਣਾਇਆ, ਗੁਰਸਿੱਖ ਬਣਾਇਆ, ਕਿਉਂਕਿ ਉਹਨਾਂ ਮਨੀ ਸਿੰਘ ਨੂੰ ਹੁਕਮ ਦਿੱਤਾ ਸੀ ਕਿ ਸੰਤਾ ਸਾਡੇ ਪੁਰਾਣੇ ਵਿਛੜੇ ਸਿੱਖ ਲਿਆ ਕੇ ਸਾਡੇ ਚਰਨੀ ਲਾ। ਫਿਰ ਉਹਨੇ ਹੀ ਸਾਡੀ ਬਣਤ ਬਣਾਈ ਹੈ, ਸੱਚੇ ਸਾਹਿਬ ਨੇ। ਫਿਰ ਕੀ ਕਰਦੇ ਨੇ ਕਿ ਸੱਚ ਖੰਡ ਜੋ ਧਾਮ ਹੈ, ਸਾਚਾ ਧਾਮ ਹੈ, ਸਾਚਾ ਨਾਮ ਹੈ, ਸਾਚਾ ਕਾਮ ਹੈ, ਸਾਚਾ ਰਾਮ, ਸਾਚਾ ਸ਼ਾਮ, ਏਕਾ ਜੋਤ ਜਗੇ ਨੇਹ ਕਲੰਕ ਅਵਤਾਰੀ। ਆਪ ਜੀ ਨੂੰ ਸੱਚਖੰਡ ਬਹਾਉਣ ਵਾਲਾ, ਸੱਚ ਨਾਮ ਦੇਣ ਵਾਲਾ, ਸਾਚਾ ਕੰਮ ਕਰਾਉਣ ਵਾਲਾ, ਸੱਚਾ ਰਾਮ, ਸੱਚਾ ਸ਼ਾਮ ਆਪ ਜੀ ਦਾ ਕੌਣ ਹੈ? ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨੇਹ ਕਲੰਕ ਅਵਤਾਰੀ। ਸੋ ਉਹਨਾਂ ਨੇ ਇਸ ਕਰਕੇ ਇੱਥੇ ਕਲੀਅਰ ਕੀਤਾ ਹੈ ਇਸ ਲੇਖ ਦੇ ਵਿੱਚ ਕਿ ਸੱਚਾ ਨਾਮ ਹੀ ਮੇਰਾ ਹੈ, ਸੱਚਾ ਕੰਮ ਮੇਰਾ ਹੈ, ਸੱਚਾ ਰਾਮ ਮੈਂ ਹਾਂ, ਸੱਚਾ ਸ਼ਾਮ ਮੈਂ ਹਾਂ, ਔਰ ਏਕਾ ਜੋਤ ਮੇਰੀ ਹੀ ਜਗੇਗੀ ਨੇਹ ਕਲੰਕ ਅਵਤਾਰੀ ਦੀ। ਜੋ ਸੱਚਾ ਹੈ ਸਾਰੀ ਦੁਨੀਆ ਨੂੰ ਪਾਲਣਹਾਰ ਹੈ, ਸਾਰੀ ਸ੍ਰਿਸ਼ਟੀ ਦਾ ਦਾਤਾ ਦਤਾਰ ਹੈ। ਔਰ ਦੇ ਕਰਕੇ ਜੋ ਅਵਤਾਰ ਧਾਰਿਆ ਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਮਿੰਡ ਦੀ ਧਰਤੀ ਦਾ, ਆਪ ਜੀ ਨਾਲ ਪਹਿਲਾਂ ਮੈਂ ਇਸ ਦੀਆਂ ਪੰਕਤੀਆਂ ਕਾਫੀ ਵਾਰ ਸਾਂਝੀਆਂ ਕਰ ਚੁੱਕਾ ਹਾਂ ਕਿ ਉਹਨਾਂ ਨੇ ਆਪਣਾ ਜਕਾਰਾ ਵੀ ਆਪ ਬੋਲ ਕੇ ਦੱਸਿਆ, ਆਪਣਾ ਨਾਮ ਵੀ ਆਪ ਬੋਲ ਕੇ ਦੱਸਿਆ, ਔਰ ਇੱਥੋਂ ਤੱਕ ਪੱਕੀ ਕਰ ਦਿੱਤੀ, ਦੇ ਕਰਕੇ 52 ਸਾਲ ਅਖਵਾਇਆ ਆਪਣਾ ਨਾਮ, ਮੈਂ ਹੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਂ। ਨਾਲ ਦੀ ਨਾਲ ਕੀ ਕਿਹਾ ਕਿ ਮੈਂ ਆਪਣੀ ਵਡਿਆਈ ਆਪ ਕਰਾਉਂ। ਬਾਬੇ ਮਨੀ ਸਿੰਘ ਜੀ ਨੂੰ ਹੁਕਮ ਦੇਣਾ ਕਿ ਸੰਤਾ ਆ ਗੱਲ ਕਰ, ਪਰ ਜਿਨ੍ਹਾਂ ਨੂੰ ਆਪਣੀ ਜਣਾਈ ਨਹੀਂ ਆਉਣ ਦੇਣੀ ਸੀ ਉਹਨਾਂ ਨਹੀਂ ਆਉਣ ਦਿੱਤੀ। ਪਰ ਵਜ਼ੀਰਾਂ ਨੇ ਵੀ ਸੁਣਿਆ, ਬਾਬੇ ਮਨੀ ਸਿੰਘ ਨੇ ਦੁਹਾਈਆਂ ਦਿੱਤੀਆਂ ਕਿ ਇਹੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਨਕਪੁਰ ਵਾਸੀ 24 ਅਵਤਾਰ ਜੇ, ਇਹੀ ਨਿਰਗੁਣ ਜੇ, ਇਹੀ ਸਰਗੁਣ ਜੇ, ਇਹੀ ਸਾਰੀ ਖੇਲ ਖੇਲਦਾ ਜੇ, ਮੇਰੇ ਵੱਸ ਕੁਛ ਨਹੀਂ ਹੈਗਾ। ਫਿਰ ਕੀ ਕਰਦੇ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ? ਜਦੋਂ ਕਿਰਪਾ ਕਰਦੇ ਨੇ, ਕਿਰਪਾ ਕਰਕੇ ਜੋਤ ਧਰਦੇ ਨੇ, ਤੇ ਫਿਰ ਗੁਰਸਿੱਖਾਂ ਨੂੰ ਸਾਚੇ ਘਰ, ਸੱਚੀ ਅਟਾਰੀ ਚ ਸੱਚਖੰਡ ਬਿਠਾਉਂਦੇ ਨੇ। ਸੱਚੀ ਅਟਾਰੀ, ਸੱਚਖੰਡ ਰਹਿਣ ਵਾਲਾ ਮਹਿਲ ਜਿਹੜਾ ਸੱਚੇ ਪਾਤਸ਼ਾਹ ਨੇ ਜੋ ਸੱਚਖੰਡ ਦੇ ਵਿੱਚ ਬਣਾਇਆ, ਬੈਕੁੰਠ ਧਾਮ। ਸਾਚੇ ਖੰਡ ਮਤਲਬ ਬੈਕੁੰਠ ਧਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਦਿਸੇ ਵਿੱਚ ਕਿਤਾਬਾਂ। ਕਿਤਾਬਾਂ ਮਤਲਬ ਹੈ ਜੋ ਜਗਤ ਕਿਤਾਬਾਂ ਹਨ ਹਰ ਬਾਣੀ ਤੋਂ ਇਲਾਵਾ। ਜਗਤ ਕਿਤਾਬਾਂ ਜਿੰਨੀਆਂ ਮਰਜ਼ੀ ਫੋਲੋ, ਉਹ ਚੋਂ ਮੈਂ ਨਹੀਂ ਦਿਸਦਾ, ਮੈਂ ਨਹੀਂ ਲੱਭਦਾ। ਸੋ ਮੈਂ 2 ਮਿੰਟ ਦਾ ਸਮਾਂ ਹੋਰ ਹਰ ਸੰਗਤ ਜੀ ਨੂੰ ਲਵਾਂਗਾ, ਖਿਮਾ ਦਾ ਜਾਚਕ ਹਾਂ, ਸਮਾਂ ਬਹੁਤ ਲੈ ਗਿਆ। ਇੱਥੇ ਆਪ ਜੀ ਨਾਲ ਇੱਕ ਪੰਕਤੀ ਸਾਂਝੀ ਕਰ ਰਿਹਾ ਹਾਂ ਮੈਂ ਹਰ ਬਾਣੀ ਦੀ, ਕਿ ਪਾਰ ਬ੍ਰਹਮ ਕੀ ਕਹਿ ਰਹੇ ਨੇ? ਜਿਸ ਸਾਜਨ ਸਾਜਾ ਵੱਡ ਰਾਜਨ ਰਾਜਾ,
वड काजन काजा जोत प्रगटाई देश माझा। हर संगत जी आप जी ना दोबारा मैं साझा कर रहा हाँ। जिस साजन साजा वड राजन राजा वड काजन काजा जोत प्रगटाई देश माझा। हर संगत जी इत्थे एक तो शहनशाह महाराज शेर सिंह विष्णु भगवान कनकपुर वासी जी की वडियाई, उन्होंने प्रगटावे बारे गल हो रही है कि उन्होंने घविंड दे विच अपना प्रगटावा किया दे करके। नाल दी नाल इत्थे एक संगत नूं भुलेखा पाया जाता है, पहला नाम का पाया जाता है, जकारे का पाया जाता। आप जी नाल मैं सांझ की है जो हर बाणी के आधार पर है, मैं वो गल कर रहा हाँ। इत्थे आप जी नाल मैं एक विचार कर रहा हाँ कि जोत प्रगटाई विच माझा किन्ने प्रगटाई है? जिहड़ा वड राजन राजा है, सृष्टि का मालक है, उस तो वड्डा कोई नहीं है। ते कौन सीगे? महाराज शेर सिंह विष्णु भगवान कनकपुर वासी। ते जोत कित्थे प्रगटाई है? विच देश माझा। इत्थे हुण कई बलारे कहते हैं कि महाराज पूरन सिंह जी दे विच जोत जिहड़ी निरंकार जोत सी वो जन्म तो सी। अगर उन्हां दे विच जन्म तो जोत हुंदी ते फिर इत्थे लिखाउण वाला ते गलत नहीं हो सकता। सो मैं आप जी ना जो विचार साझा, मेरी आवाज आ रही? मैनूं लगदा मेरा नेट की प्रॉब्लम आई है। आवाज आ रही है जी मेरी? हाँ जी आ रही है जी, आ रही है। ओके जी, ओके जी। मैं आप जी ना विचार की साझा कर रहा सीगा जी। मैं लिखत के आधार पर आप जी नाल विचार साझा कर रहा हाँ। आप जी ने भी इस दे उपर विचार देना मैनूं। मेरी हुण मैं समाप्ति ते हाँ, ये विचार आप जी नाल साझा करके मैं समाप्ति ओर वधांगा कि उन्होंने की लिखाया है? वड राजन राजा वड काजन काजा जोत प्रगटाई विच देश माझा। सब तो वड्डा राजन राजा का राजा तो यही सीगे महाराज शेर सिंह विष्णु भगवान। और पार ब्रह्म बारे भी आप जी को क्लीयर हो गया। पर इस विचार से मैं आप जी ना ये क्लीयर करना चाहना हाँ कि अगर महाराज पूरन सिंह जी हुणां दे विच जन्म तो जोत हुंदी ते फिर वो लैलपुर धरती आउणी सी, लैलपुर देश आउणा ही। माझे दे विच लैलपुर नहीं आउंदा, क्योंकि महाराज पूरन सिंह जी हुणां दा जिहड़ा जन्म स्थान है वो लैलपुर है, 27 चक। ते इस दे उपर विचार आप जी नाल अगे साझा करांगे। मेरे बाकी गुरसिख वीर इस करके देखो सच बोलना है। जिथे महाराज पूरन सिंह जी की वडियाई आ रही है उत्थे उन्हां बारे बोल रहे हैं। बाबा चेत सिंह जी बारे वडियाई आई, उन्हां बारे गल कर रहे हैं। बाबा मनी सिंह जी बारे आई, असीं उन्हां बारे कर रहे हैं। इसे लेख दे विच सिखां नूं वडियाई दित्ती, आपां उन्हां बारे उहदे विचार कीता, उन्हां बारे गल कीती। सो इत्थे क्लीयर करता वार वार महाराज शेर सिंह विष्णु भगवान, महाराज शेर सिंह विष्णु भगवान पार ब्रह्म भी उही ने, विष्णु भगवान भी उही ने। महाराज शेर सिंह विष्णु भगवान एक ही हैं, पार ब्रह्म अलग नहीं। महाराज शेर सिंह विष्णु भगवान अलग नहीं। सो हर संगत जीओ उन्होंने जो लिखाया है उहदे मुताबिक आप जी नाल मैं विचार कर रहा हाँ कि महाराज पूरन सिंह जी विच भी जन्म तो जोत नहीं सी। देश माझे दे विच घविंड पिंड सी ते उत्थे जोत प्रगट हुई। अपना पंज तत्व दा जगी निरंकार जो तुसीं कहंदे हो जोत जगी निरंकार, ते कित्थे जगी सी? माझे देश दे विच, कनकपुरी दे विच, घविंड दे विच। इत्थों जदों उन्होंने 26 पोह नूं पिछे भी वीर लियास जी नाल इस दे उत्ते विचार होया सी, उन्होंने बड़ा क्लीयर कीता सी कि बिल्कुल उन्होंने बड़े ही प्रेम नाल और सत्कार नाल क्लीयर कीता सी वीर लियास जी ने कि जदों इत्थों 10:30 बजे उन्होंने अपना पंजता दी देह नूं चोले नूं छड्डिया ते उत्थे जाके बिरसी शहर महाराज पूरन सिंह हुणां विच प्रवेश कीती जोत। उस दे बाद 4 महीने 9 दिन सचखंड दे विच रही जी। मैं इन्ना ही आप जी दे नाल विचार साझा करना सी ते अगे मेरा जो भी वीर भैन भरा इस दे उपर विचार साझा करना चाहुंदा है अपना समा लै सकदे हां। मैं खिमा दा जाचक हर संगत को वध घट शब्द बोलिया गया होवे
ਜ਼ਰੂਰੀ ਨਹੀਂ ਹੈ ਕਿ ਜੋ ਮੈਂ ਵਿਚਾਰ ਆਪ ਜੀ ਨਾਲ ਸਾਂਝਾ ਕਰ ਰਿਹਾ ਸਾਰਾ ਸਹੀ ਹੈ, ਕਿਸੇ ਟਾਈਮ ਕੋਈ ਵਿੱਚੋਂ ਮਿਸਟੇਕ ਹੁੰਦੀ ਹੈ, ਕਿਉਂਕਿ ਜਿੰਨੀ ਉਸਨੇ ਬੁੱਧ ਬਖਸ਼ਣੀ ਹੈ ਉਹਦੇ ਮੁਤਾਬਕ ਅਸੀਂ ਗੱਲ ਕਰਨੀ ਹੈ। ਮੈਂ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਔਰ ਹਰ ਸੰਗਤ ਤੋਂ ਮਾਫੀ ਦਾ ਜਾਚਕ ਹਾਂ, ਇਸ ਕਰਕੇ ਕਿਉਂਕਿ ਅਸੀਂ ਬਲ ਬੁੱਧਹੀਨ ਹਾਂ। ਸਾਡੇ ਵਿੱਚ ਕੋਈ ਕਰਤੂਤ ਨਹੀਂ ਹੈ, ਕੋਈ ਬਲ ਬੁੱਧ ਨਹੀਂ ਹੈ ਕਿ ਅਸੀਂ ਆਪਣੀ ਮਨਮਤ ਨਾਲ ਕੋਈ ਗੱਲ ਕਰ ਸਕੀਏ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਮੇਰ ਕਰੋ, ਤਰਸ ਕਰੋ, ਤੇਰਾ ਹੀ ਆਸਰਾ ਜੀ ਵੀਰ ਜੀਓ। ਅੱਗੇ ਮੇਰਾ ਵੀਰ ਜੋ ਵੀ